हम ना सकत कर सिफत तुम्हारी, आप लिहो तुम कथा सुधारी। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਿੰਨ ਦਿਵਸਨ ਮਹਿ ਦੂਤ ਇੱਕ, ਦਿੱਲੀਪੁਰ ਮੈਂ ਆਏ। ਰੂਮ ਬਲਾਇਤ ਸ਼ਾਹ ਨੇ ਲਿਖ ਕਰ ਦਿਓ ਪਠਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ ਜੋ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿਖੇ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਹਰ ਰੋਜ਼ ਸਰਵਣ ਕਰ ਰਹੇ ਹੋ। ਕੱਲ੍ਹ ਆਪ ਜੀ ਨੇ ਸਰਵਣ ਕੀਤਾ ਹੈ ਕਿ ਦਾਰਾ ਸ਼ਿਕੋਹ ਨੂੰ ਸ਼ਹੀਦ ਕਰਨ ਤੋਂ ਬਾਅਦ ਔਰੰਗਜ਼ੇਬ ਦਾਰੇ ਦੇ ਪੀਰੋ ਮੁਰਸ਼ਦ ਸ਼ਰਮਤ ਦੇ ਮਗਰ ਪੈ ਗਿਆ, ਕਿਉਂਕਿ ਸ਼ਰਮਤ ਜਿੱਥੇ ਪਹੁੰਚ ਚੁੱਕਾ ਸੀ ਉੱਥੇ ਸੰਸਾਰ ਦੀ ਅਵਸਥਾ ਪਹੁੰਚਦੀ ਨਹੀਂ। ਸੰਸਾਰੀ ਲੋਕ ਉਸ ਗੱਲ ਨੂੰ ਕਦੀ ਸਮਝ ਨਹੀਂ ਸਕਦੇ। ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ। ਰਾਮ ਕਬੀਰਾ ਏਕ ਭਏ ਹੈ, ਕੋਏ ਨਾ ਸਕੈ ਪਛਾਨੀ। ਉਸ ਫਕੀਰ ਦੀ ਉੱਚੀ ਅਵਸਥਾ ਨੂੰ ਨਾ ਸਮਝ ਕੇ ਬੜੇ ਝੂਠੇ ਸੱਚੇ ਇਲਜ਼ਾਮ ਲਾ ਕੇ ਜੇਲ੍ਹ 'ਚ ਸਿੱਟ ਦਿੱਤਾ ਗਿਆ। ਤੇ ਇਹ ਇਰਾਦਾ ਸੀ ਔਰੰਗਜ਼ੇਬ ਦਾ ਕਿ ਸ਼ਰਮਤ ਨੂੰ ਕਤਲ ਕਰ ਦਈਏ। ਬਹਾਨੇ ਬੜੇ ਲੱਭਦਾ ਸੀ, ਪਰ ਬਹਾਨਾ ਮਿਲਦਾ ਕੋਈ ਨਹੀਂ ਸੀ। ਜਿਹੜੇ ਝੂਠੇ ਸੱਚੇ ਬਹਾਨੇ ਸਨ ਉਹਨਾਂ ਵਿੱਚ ਹੀ ਉਸ ਨੂੰ ਫਸਾਇਆ ਗਿਆ। ਪਰ ਉਹਨੂੰ ਕੀ ਪਰਵਾਹ ਸੀ, ਕਿਉਂਕਿ ਉਹ ਤਾਂ ਇਸ ਸਰੀਰ ਦੀ ਕੈਦ 'ਚੋਂ ਕਦੋਂ ਦਾ ਨਿਕਲ ਚੁੱਕਾ ਸੀ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਸੱਚਾ ਅਮਰ ਸੱਚੀ ਪਾਤਸ਼ਾਹੀ, ਸੱਚੇ ਸੇਤੀ ਰਾਤੇ। ਸੱਚਾ ਸੁਖ ਸੱਚੀ ਵਡਿਆਈ, ਜਿਸਕੇ ਸੇ ਤਿਨ ਜਾਤੇ। ਐਸੇ ਤਤ ਬੇਤੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੀ ਖੇਡ ਨਿਆਰੀ ਹੁੰਦੀ ਹੈ। ਸੋ ਉਸ ਵੇਲੇ ਜਦੋਂ ਸ਼ਰਮਤ ਜੀ ਨੂੰ ਜੇਲ੍ਹ ਦੇ ਸੁੱਟਿਆ ਗਿਆ ਸੀ, ਕਈ ਵਾਰੀ ਜੇਲ੍ਹ 'ਚ ਪਾਇਆ, ਕਈ ਵਾਰੀ ਰਿਹਾ ਕੀਤਾ। ਆਖਰੀ ਵਾਰ ਜਦੋਂ ਸ਼ਰਮਤ ਜੇਲ੍ਹ ਵਿੱਚ ਸੁੱਟਿਆ ਗਿਆ, ਉਹਨਾਂ ਦਿਨਾਂ ਵਿੱਚ ਕਿਸੇ ਬਾਹਰਲੇ ਮੁਲਕ ਦਾ, ਰੂਮ ਦੇਸ਼ ਦਾ ਕੋਈ ਵਕੀਲ ਹਿੰਦੁਸਤਾਨ ਆਇਆ। ਉਹ ਕੋਈ ਸਬਰ ਤੇ ਸ਼ੁਕਰ ਦੇ ਮਾਇਨੇ ਪੁੱਛਦਾ ਹੈ। ਆਓ ਸਰਵਣ ਕਰੀਏ ਇਹ ਕਥਾ। ਪ੍ਰੇਮ ਨਾਲ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿੰਨ ਦਿਵਸਨ ਮਹਿ ਦੂਤ ਇੱਕ, ਉਹਨਾਂ ਦਿਨਾਂ ਵਿੱਚ ਇੱਕ ਦੂਤ ਦਿੱਲੀਪੁਰ ਮੈਂ ਆਏ। ਦਿੱਲੀ ਵਿੱਚ ਆਇਆ ਹੈ। ਰੂਮ ਬਲਾਇਤ ਸ਼ਾਹ ਨੇ, ਔਰ ਸਾਧ ਸੰਗਤ ਜੀ, ਉਹ ਰੂਮ ਦੇ ਦੇਸ਼ ਦੇ ਬਾਦਸ਼ਾਹ ਨੇ ਭੇਜਿਆ ਹੈ। ਲਿਖ ਕਰ ਦਿਓ ਪਠਾਏ। ਉਹਦੇ ਹੱਥ ਇੱਕ ਚਿੱਠੀ, ਇੱਕ ਪੱਤਰਕਾ, ਇੱਕ ਮਸਲਾ ਲਿਖ ਕੇ ਭੇਜਿਆ ਹੈ। ਚੌਪਈ ਸ਼ੁਕਰ ਸਬਰ ਦੋ ਨਾਮ ਜੋ ਕਹਾ। ਉਹਦੇ ਵਿੱਚ ਲਿਖਿਆ ਹੈ ਵੀ ਦੋ ਸ਼ਬਦ ਹਨ, ਇੱਕ ਹੈ ਸ਼ੁਕਰ, ਇੱਕ ਹੈ ਸਬਰ। ਹਾਂਜੀ, ਕਹਾ ਮਾਇਨਾ ਇਨਕੋ ਅਹ। ਇਹ ਸ਼ੁਕਰ ਕੀ ਹੁੰਦਾ ਤੇ ਸਬਰ ਕੀ ਹੁੰਦਾ? ਇਹਨਾਂ ਦੋ ਲਫ਼ਜ਼ਾਂ ਦੇ ਮਾਇਨੇ ਕੀ ਹਨ? ਬੂਝਨ ਹੇਤ ਨੂੰ ਰੰਗੇ ਪਾਸ। ਸੁਣਿਆ ਵੀ ਔਰੰਗਜ਼ੇਬ ਕੋਲ 1400 ਵਿਦਵਾਨ ਹਨ ਤੇ ਔਰੰਗਜ਼ੇਬ ਆਪ ਵੀ ਬੜਾ ਵਿਦਵਾਨ ਹੈ। ਕਹਿੰਦੇ ਉਹਦੇ ਕੋਲੋਂ, ਉਹਦੇ ਵਿਦਵਾਨਾਂ ਕੋਲੋਂ ਪਤਾ ਕਰਕੇ ਆਓ ਵੀ ਸਬਰ ਤੇ ਸ਼ੁਕਰ ਦੇ ਮਾਇਨੇ ਕੀ ਹਨ। ਹੋਏ ਜਥਾਰਥ ਕਰਹੁ ਪ੍ਰਗਾਸ। ਜਿਵੇਂ ਉਹ ਵਿਦਵਾਨ ਦੱਸਣਗੇ ਉਹ ਲਿਖ ਕੇ ਲਿਆਓ। ਨਹੀਂ ਮਾਇਨਾ ਇਨ ਤੇ ਆਵੈ। ਤੇ ਉਸ ਬਾਦਸ਼ਾਹ ਨੇ ਇੱਕ ਗੱਲ ਇਹ ਵੀ ਆਪਣੇ ਦੂਤ ਨੂੰ ਕਹੀ, ਜੇਕਰ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰੀਆਂ ਕੋਲੋਂ, ਕਾਜ਼ੀਆਂ ਮੁਲਾਣਿਆਂ ਕੋਲੋਂ ਇਹਨਾਂ ਦੋ ਲਫ਼ਜ਼ਾਂ ਦੇ ਸਹੀ ਅਰਥ ਨਾ ਕੀਤੇ ਗਏ ਤਾਂ ਸਰਮਦ ਇੱਕ ਸੰਤ ਕਹਾਵੈ। ਤਾਂ ਉੱਥੇ ਦਿੱਲੀ 'ਚ ਇੱਕ ਸ਼ਰਮਤ ਨਾਮ ਦਾ ਫਕੀਰ ਹੈ, ਉਹ ਪੂਰਨ ਸੰਤ ਹੈ, ਬ੍ਰਹਮ ਗਿਆਨੀ ਹੈ, ਉਸ ਨੂੰ ਪੁੱਛਿਆ ਜਾਵੇ। ਤਿਸ ਤੇ
ਬੁਝੋ ਭਲੇ ਵਿਚਾਰ। ਉਸ ਨੂੰ ਪੁੱਛ ਕੇ ਉਹਨੂੰ ਵਿਚਾਰ ਕੇ ਉਹਦੇ ਕੋਲੋਂ ਲਿਖ ਕੇ ਲਿਆਓ, ਲੇਹੋ ਮਾਇਨਾ ਜੋ ਹੋਏ ਸਾਰ। ਕਿਉਂਕਿ ਉਹ ਜੋ ਵੀ ਕਹੇਗਾ ਉਹ ਤੱਤ ਕੱਢ ਕੇ ਕਹੇਗਾ, ਉਹ ਨਿਚੋੜ ਕਹੇਗਾ, ਉਹ ਕੋਈ ਗੱਲ ਲੁਕਾਵੀਂ ਛਪਾਵੀਂ ਨਹੀਂ ਕਰੇਗਾ, ਮੂੰਹ ਰੱਖਵੀਂ ਗੱਲ ਨਹੀਂ ਕਰੇਗਾ। ਸੋ ਦਿੱਲੀ ਮਹਿ ਆਨ ਪ੍ਰਵੇਸ਼ਾ। ਸੋ ਉਹ ਦੂਤ ਜਿਹੜਾ ਰੂਮ ਦੇਸ਼ ਤੋਂ ਚੱਲਿਆ ਦਿੱਲੀ ਸ਼ਹਿਰ 'ਚ ਪਹੁੰਚਿਆ, ਡੇਰਾ ਕੀਨਸ ਪਿਖਿਓ ਅਸ਼ੇਸ਼ਾ। ਉਹਨੇ ਆ ਕੇ ਦਿੱਲੀ ਸ਼ਹਿਰ ਵੇਖਿਆ ਤੇ ਆਪਣਾ ਡੇਰਾ ਕੀਤਾ। ਬਹਰ ਸ਼ਾਹ ਕੇ ਨਿਕਟ ਪਦਾਰਾ। ਫਿਰ ਸਮਾਂ ਮੰਗ ਕੇ ਬਾਦਸ਼ਾਹ ਦੀ ਕਚਹਿਰੀ 'ਚ ਹਾਜ਼ਰ ਹੋਇਆ, ਔਰੰਗਜ਼ੇਬ ਨੂੰ ਜਾ ਕੇ ਮਿਲਿਆ ਮੁਲਾਕਾਤ ਕਰ ਹੇਤ ਉਚਾਰਾ। ਔਰ ਬਾਦਸ਼ਾਹ ਨੂੰ ਮਿਲ ਕੇ ਮੁਲਾਕਾਤ ਕਰਕੇ ਉਸਨੇ ਆਉਣ ਦਾ ਕਾਰਨ ਦੱਸਿਆ ਵੀ ਮੈਂ ਇੱਥੇ ਰੂਮ ਦੇਸ਼ ਤੋਂ ਆਇਆ, ਰੂਮ ਦੇਸ਼ ਦੇ ਬਾਦਸ਼ਾਹ ਨੇ ਤੁਹਾਡੇ ਕੋਲ ਮੈਨੂੰ ਭੇਜਿਆ ਹੈ। ਆਹ ਦੋ ਲਫ਼ਜ਼ ਹਨ, ਦੋ ਅਲਫਾਜ਼ ਹਨ, ਸਬਰ ਤੇ ਸ਼ੁਕਰ। ਇਹਨਾਂ ਦੇ ਮਾਇਨੇ ਪੁੱਛਣ ਆਇਆ ਹਾਂ। ਹਜ਼ਰਤ ਜਸ ਤੁਮਰੋ ਬਹੁ ਭਾਖੈ। ਇਹ ਬਾਦਸ਼ਾਹ ਸਲਾਮਤ, ਬਾਹਰਲੇ ਮੁਲਕਾਂ ਵਿੱਚ ਤੁਹਾਡੀ ਬੜੀ ਤਾਰੀਫ ਸੁਣੀ ਹੈ। ਕਹਿੰਦੇ ਆ ਵੀ ਤੁਸੀਂ ਬੜੇ ਵਿਦਵਾਨ ਹੋ ਅਤੇ ਤੁਹਾਡੀ ਸਭਾ ਵਿੱਚ 1400 ਉਲਮਾ ਰਹਿੰਦੇ ਹਨ। 1400 ਉਲਮਾ ਬਨ ਰੱਖੈ। 1400 ਉਲਮਾ ਦਿੱਲੀ ਦਰਬਾਰ ਦੇ ਵਿੱਚ, ਇਹ ਪ੍ਰਸਿੱਧ ਹੈ ਗੱਲ। ਉਲਮਾ ਕਹਿੰਦੇ ਨੇ ਸਾਧ ਸੰਗਤ ਜੀ, ਆਲਮ ਦਾ ਬਹੁ ਵਚਨ ਹੈ। ਜਿਵੇਂ ਹੁੰਦਾ ਨਾ ਇੱਕ ਵਚਨ ਤੇ ਬਹੁ ਵਚਨ, ਆਲਮ ਇੱਕ ਨੂੰ ਕਹਿੰਦੇ, ਆਪਾਂ ਵਿਦਵਾਨ ਕਹਿੰਦੇ ਆ, ਫਾਰਸੀ 'ਚ ਆਲਿਮ ਕਹਿੰਦੇ ਨੇ। ਇੱਕ ਬੰਦਾ ਹੋਵੇ ਉਹਨੂੰ ਕਹਿੰਦੇ ਆਲਿਮ, ਬਹੁਤ ਸਾਰੇ ਵਿਦਵਾਨ ਇਕੱਠੇ ਹੋਣ ਤੇ ਉਹਨੂੰ ਕਹਿੰਦੇ ਉਲਮਾ। ਕਹਿੰਦੇ 1400 ਉਲਮਾ ਬਾਦਸ਼ਾਹ ਸਲਾਮਤ ਸੁਣਿਆ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਰਹਿੰਦੇ ਹਨ। ਇਮ ਸੁਨ ਕੈ ਇਤ ਮੋਹਿ ਪਠਾਵਾ। ਸਾਡੇ ਬਾਦਸ਼ਾਹ ਨੂੰ ਇਹ ਖਬਰ ਮਿਲੀ ਸੀ ਵੀ ਤੁਹਾਡੇ ਕੋਲ ਬਹੁਤ ਪੜ੍ਹੇ ਲਿਖੇ ਕਾਜੀ ਮੁਲਾਣੇ ਉਲਮਾ 1400 ਦੀ ਤਾਦਾਦ ਵਿੱਚ, ਇੰਨੀ ਗਿਣਤੀ ਵਿੱਚ ਹਨ, ਤੇ ਮੈਨੂੰ ਭੇਜਿਆ ਹੈ ਵੀ ਆਪਣੇ 1400 ਵਿਦਵਾਨਾਂ ਕੋਲੋਂ ਸਿਰਫ ਸਬਰ ਕੀ ਹੁੰਦਾ ਹੈ ਤੇ ਸ਼ੁਕਰ ਕੀ ਹੁੰਦਾ, ਇਹਦੇ ਸਹੀ ਅਰਥ ਲਿਖਵਾ ਕੇ ਲਿਆਓ। ਹੇਤ ਮਾਇਨੇ ਬੂਝਨ ਆਵਾ। ਤੇ ਮੈਂ ਇਹ ਮਾਇਨੇ ਪੁੱਛਣ ਵਾਸਤੇ ਰੂਮ ਦੇਸ਼ ਤੋਂ ਆਇਆ ਹਾਂ। ਸ਼ੁਕਰ ਸਬਰ ਇਹ ਨਾਮ ਜਦੋਏ। ਇਹ ਦੋ ਲਫ਼ਜ਼ ਹਨ, ਇੱਕ ਹੈ ਸਬਰ, ਇੱਕ ਹੈ ਸ਼ੁਕਰ। ਇਨਕੋ ਕਹਾ ਮਾਇਨਾ ਹੋਏ। ਇਹ ਸ਼ੁਕਰ ਤੇ ਸਬਰ ਦਾ ਮਾਇਨਾ ਕੀ ਹੁੰਦਾ? ਸੁਣਿਆ ਤਾਂ ਬੜਾ, ਲੋਕ ਕਹਿੰਦੇ ਅੱਲਾ ਦਾ ਸ਼ੁਕਰ ਹੈ, ਖੁਦਾ ਦਾ ਸ਼ੁਕਰ ਹੈ, ਤੇ ਕਈ ਕਹਿੰਦੇ ਵੀ ਸਬਰ ਦੇ ਨਾਲ ਜ਼ਿੰਦਗੀ ਕੱਟੋ। ਇਹ ਸਬਰ ਕੀ ਹੁੰਦਾ ਜੇ, ਇਹ ਸ਼ੁਕਰ ਕੀ ਹੁੰਦਾ ਜੇ? ਕਿਉਂਕਿ ਇੱਕ ਤਾਂ ਹੁੰਦਾ ਸਾਧ ਸੰਗਤ ਜੀ, ਵੈਸੇ ਤਾਂ ਜਿੰਨੇ ਵੀ ਅਰਥ ਨੇ ਨਾ, ਇਹ ਸਾਡੇ ਆਪੋ ਆਪਣੀ ਬੁੱਧੀ ਅਨੁਸਾਰ ਨੇ। ਜਿੰਨਾ ਕੋਈ ਗਹਿਰਾ ਜਾਏਗਾ ਉਹਨੇ ਉਹਨੂੰ ਅਰਥ ਲੱਭਣਗੇ। ਤੇ ਜਿਹੜੇ ਆਪਾਂ ਲੋਕ ਆ, ਆਪਾਂ ਤਾਂ ਉੱਪਰ ਹੀ ਫਿਰਦੇ ਆ, ਗਹਿਰਾਈ 'ਚ ਆਪਾਂ ਜਾਂਦੇ ਨਹੀਂ। ਫਕੀਰ ਸੰਤ ਮਹਾਂਪੁਰਸ਼ ਬ੍ਰਹਮ ਗਿਆਨੀ ਅੰਦਰ ਜਾਂਦੇ, ਗਹਿਰਾਈ ਤੱਕ ਜਾਂਦੇ, ਸਮੁੰਦਰ ਦੀ ਡੂੰਘਾਈ ਤੱਕ ਜਾਂਦੇ। ਕਹਿੰਦੇ ਸਬਰ ਦੇ ਤੇ ਸ਼ੁਕਰ ਦੇ ਮਾਇਨੇ ਪਤਾ ਕਰਨ ਵਾਸਤੇ ਮੈਂ ਆਇਆ ਹਾਂ। ਸੋ ਮੋ ਕਹਦੀ ਜਾ ਸਮਝਾਏ। ਐ ਬਾਦਸ਼ਾਹ ਸਲਾਮਤ, ਤੁਸੀਂ ਬੜੇ ਵੱਡੇ ਬਾਦਸ਼ਾਹ ਹੋ, ਬੜੇ ਵੱਡੇ ਵਿਦਵਾਨ ਆਲਮ ਹੋ, ਤੇ ਤੁਹਾਡੇ ਕੋਲ 1400 ਉਲਮਾ ਦਿੱਲੀ ਦਰਬਾਰ ਦਾ ਸ਼ਿੰਗਾਰ ਹਨ। ਤੁਸੀਂ ਆਪ ਜਾਂ ਆਪਣੇ ਉਲਮਾ ਕੋਲੋਂ ਪੁੱਛ ਕੇ ਮੈਨੂੰ ਸਮਝਾ ਦਿਓ ਵੀ ਸਬਰ ਕਿਸ ਨੂੰ ਕਹਿੰਦੇ ਹੋ, ਸ਼ੁਕਰ ਕਿਸ ਨੂੰ ਕਹਿੰਦੇ ਹੋ। ਦਾਨਸ਼ ਬੰਧਨ ਤੇ ਕਰਵਾਏ। ਆਪਣੇ ਸਿਆਣੇ ਦਾਨਾ ਪੁਰਸ਼ਾਂ ਕੋਲੋਂ, ਪੜ੍ਹੇ ਲਿਖੇ ਵਿਦਵਾਨਾਂ ਕੋਲੋਂ ਅਰਥ ਕਰਵਾ ਦਿਓ। ਸੁਨਨਾ ਰੰਗ ਉਮਰਾਵ ਬੁਲਾਏ। ਸੁਣ ਕੇ ਔਰੰਗਜ਼ੇਬ ਨੇ ਸਾਰੇ ਵਿਦਵਾਨ ਇਕੱਠੇ ਕੀਤੇ, ਕਾਜੀ ਮੁੱਲਾ, ਪੜ੍ਹੇ ਲਿਖੇ ਉਲਮਾ, ਜਿਹੜੇ ਵੱਖਰੇ ਵੱਖਰੇ ਵਿਸ਼ਿਆਂ ਦੇ ਵਿਦਵਾਨ ਸਨ। ਕਿਉਂਕਿ ਵਿਦਿਆ ਕਈ ਕਿਸਮ ਦੀ ਹੈ, ਕੋਈ ਕਿਸੇ ਵਿਦਿਆ ਵਿੱਚ ਮਾਹਰ ਹੁੰਦਾ, ਕੋਈ ਕਿਸੇ ਵਿਦਿਆ 'ਚ ਮਾਹਰ ਹੁੰਦਾ। ਸਾਰਿਆਂ ਦੀ ਮੀਟਿੰਗ ਸੱਦੀ ਹੈ। ਅਨਕ ਮੁਲਾਨੇ ਤਬ ਚਲ ਆਏ। ਬੜੇ ਬੜੇ ਪੜ੍ਹੇ ਲਿਖੇ ਮੁਲਾਣੇ ਬਾਦਸ਼ਾਹ ਦੀ ਕਚਹਿਰੀ 'ਚ ਹਾਜ਼ਰ ਹੋ ਗਏ। ਬਹੁ ਭਾਂਤਨ ਤੇਰੇ ਦਾ ਵਿਚਾਰ ਹੈ। ਉਹਨਾਂ ਨੂੰ ਇਹ ਮਸਲਾ ਦੱਸਿਆ ਗਿਆ ਬਈ ਤੁਸੀਂ ਸਾਰੇ ਵਿਦਵਾਨ ਸੱਜਣ ਹੋ, ਰੂਮ ਦੇਸ਼ ਤੋਂ ਵਕੀਲ ਆਇਆ ਹੈ, ਦੂਤ ਆਇਆ ਹੈ, ਇਹ ਸਬਰ ਤੇ ਸ਼ੁਕਰ ਦੇ ਮਾਇਨੇ ਪੁੱਛਦਾ ਹੈ। ਤੁਸੀਂ ਸਾਰੇ ਵਿਦਵਾਨ ਇਹਦੇ ਉੱਤੇ ਆਪਣੀ ਆਪਣੀ ਰਾਏ ਲਿਖਤੀ ਰੂਪ 'ਚ ਦਿਓ। ਹਾਂਜੀ, ਨਿਜ ਨਿਜ ਮਤ ਅਨੁਸਾਰ ਉਚਾਰ ਹੈ। ਆਪੋ ਆਪਣੀ ਮਤ ਅਨੁਸਾਰ ਉਹ ਵਿਦਵਾਨ ਬੋਲਣ ਲੱਗ ਪਏ, ਕੁਝ ਲਿਖਣ ਲੱਗ ਪਏ, ਕੁਝ ਬੋਲਣ ਲੱਗ ਪਏ। ਸਾਰਿਆਂ ਨੇ ਸਬਰ ਦੇ ਅਰਥ ਕੀਤੇ ਬਈ ਇਹ ਸਬਰ ਹੁੰਦਾ, ਇੱਦਾਂ ਸਬਰ ਹੁੰਦਾ,
ਤੇ ਕਿਸੇ ਨੇ ਕੁਰਾਨ ਚੋਂ ਹਵਾਲਾ ਦਿੱਤਾ, ਕਿਸੇ ਨੇ ਹਦੀਸਾਂ ਚੋਂ ਦਿੱਤਾ, ਕਿਸੇ ਨੇ ਹੋਰ ਕਿਸੇ ਕਿਤਾਬ ਦਾ ਪ੍ਰਮਾਣ ਦਿੱਤਾ। ਜੋ ਕੁਝ ਉਹਨਾਂ ਨੇ ਪੜ੍ਹਿਆ ਸੀ ਸਬਰ ਬਾਰੇ ਕਹਾਣੀਆਂ, ਕਿਸੇ ਸੁੱਖ ਸ਼ੁਕਰ ਬਾਰੇ ਜੋ ਕੁਝ ਪੜ੍ਹਿਆ ਸੀ ਸਾਰਾ ਹੀ ਉਹਨਾਂ ਨੇ ਉਗਲ ਦਿੱਤਾ। ਖਾਤਰ ਜ਼ਮਾਨਤ ਸਕੀ ਹੋਏ, ਪਰ ਉਹ ਬੰਦੇ ਦੀ ਤਸੱਲੀ ਨਹੀਂ ਹੋਈ। ਉਹ ਵੀ ਜਿਹੜਾ ਬੰਦਾ ਭੇਜਿਆ ਸੀ ਬੜਾ ਸਿਆਣਾ ਸੀ, ਉਹਨੂੰ ਵੀ ਰੂਮ ਦੇ ਬਾਦਸ਼ਾਹ ਨੇ ਪੜ੍ਹਾ ਕੇ ਭੇਜਿਆ ਸੀ ਵੀ ਇਮਤਿਹਾਨ ਲੈਣਾ ਔਰੰਗਜ਼ੇਬ ਦਾ। ਉਹਦੇ ਕਹਿੰਦੇ ਆ ਬੜੀ ਧਾਂਕ ਪਈ ਹੋਈ ਵੀ 1400 ਬੰਦੇ ਰੱਖੇ ਐ, ਤੇ ਕਈ ਲੋਕਾਂ ਦਾ ਫੂੰ-ਫਾਂ ਜ਼ਿਆਦੀ ਹੁੰਦੀ, ਪੱਲੇ ਹੁੰਦਾ ਕੱਖ ਵੀ ਨਹੀਂ। ਔਰੰਗਜ਼ੇਬ ਦੀ ਫੂੰ-ਫਾਂ ਹੀ ਸੀ ਵੀ ਬੜਾ ਵਿਦਵਾਨ ਹੈ ਤੇ ਬੜੇ ਵਿਦਵਾਨ ਰੱਖੇ ਹੋਏ ਨੇ। ਪਰ 1400 ਦੇ 1400 ਫੇਲ ਕਰਤੇ। ਉਸ ਵਕੀਲ ਨੇ ਜਦੋਂ ਸਬਰ ਤੇ ਸ਼ੁਕਰ ਦੇ ਮਾਇਨੇ ਪੁੱਛੇ, ਆਪਣੀ ਆਪਣੀ ਦਲੀਲਾਂ ਸਾਰੇ ਦਿੰਦੇ ਰਹੇ, ਉਸ ਬੰਦੇ ਦੀ ਤਸੱਲੀ ਨਹੀਂ ਕਰਾ ਸਕੇ। ਅਨਕ ਦਲੀਲ ਉਠਾਵਤ ਸੋਏ, ਤੇ ਬੜੀਆਂ ਦਲੀਲਾਂ ਬੜੇ ਉਹਨਾਂ ਨੇ ਗ੍ਰੰਥਾਂ ਵਿੱਚੋਂ ਹਵਾਲੇ ਦਿੱਤੇ। ਦਿੱਲੀ ਮਹਜੇ ਤੱਕ ਮਤਵਾਨੇ, ਜਿੰਨੇ ਵੀ ਦਿੱਲੀ 'ਚ ਸਿਆਣੇ ਬੰਦੇ ਸੀ, ਪੜ੍ਹੇ ਲਿਖੇ ਸੀ, ਕਿਉਂਕਿ ਸ਼ਹਿਰ ਬੜਾ ਵੱਡਾ ਦਿੱਲੀ ਹਿੰਦੁਸਤਾਨ ਦੀ ਰਾਜਧਾਨੀ ਹੈ। ਉਹਦੇ ਵਿੱਚ ਬਾਦਸ਼ਾਹ ਦੀ ਕਚਹਿਰੀ ਵਿੱਚ ਰਹਿਣ ਵਾਲੇ ਤਾਂ 1400 ਉਲਮਾ ਹੈ ਹੀ ਸਨ, ਹੋਰ ਵੀ ਬੜੇ ਬੜੇ ਲੋਕ ਪੜ੍ਹੇ ਲਿਖੇ ਸਨ। ਸਕਲ ਸਕੇਲੇ ਸ਼ਾਹ ਬਖਾਨੇ, ਬਾਦਸ਼ਾਹ ਨੇ ਸਾਰਿਆਂ ਦੀ ਮੀਟਿੰਗ ਸੱਦੀ, ਸਾਰੇ ਇਕੱਠੇ ਕੀਤੇ ਵੀ ਆਓ ਬਈ, ਸਾਨੂੰ ਸਵਾਲ ਬੜਾ ਵੱਡਾ ਪਿਆ, ਔਰ ਪਿਆ ਵੀ ਬਾਹਰਲੇ ਮੁਲਕ ਦੇ ਬਾਦਸ਼ਾਹ ਵੱਲੋਂ। ਆਪਣੇ ਮੁਲਕ 'ਚ ਕੋਈ ਬੰਦਾ ਪੁੱਛੇ ਭਾਵੇਂ ਨਾ ਜਵਾਬ ਦਈਏ, ਟਾਲ ਦਈਏ। ਜੇ ਕੋਈ ਵੱਡਾ ਬੰਦਾ ਪੁੱਛੇ ਔਰ ਦੂਸਰੇ ਮੁਲਕ ਤੋਂ ਪੁੱਛੇ, ਜੇ ਜਵਾਬ ਨਾ ਦਈਏ ਤੇ ਨੱਕ ਕਟੀਂਦੀ ਹੈ, ਬੇਇੱਜ਼ਤੀ ਹੁੰਦੀ ਵੀ ਇਹ ਜਵਾਬ ਨਹੀਂ ਦੇ ਸਕੇ। ਸਾਰੇ ਕਾਜੀ ਮੁਲਾਣਿਆਂ ਤੋਂ ਇਹ ਮਸਲੇ ਤੇ ਵਿਚਾਰ ਪੁੱਛੀ ਗਈ, ਸਬਰ ਕਿਸ ਨੂੰ ਕਹਿੰਦੇ ਹਨ, ਸ਼ੁਕਰ ਕਿਸ ਨੂੰ ਕਹਿੰਦੇ ਹਨ। ਬਹੁ ਭਾਂਤਨ ਤੇ ਕਰਹਿ ਉਚਾਰ, ਬਹੁਤ ਤਰੀਕਿਆਂ ਨਾਲ ਬੜੀਆਂ ਦਲੀਲਾਂ ਨਾਲ ਕਿਹਾ ਗਿਆ, ਨਿਜ ਨਿਜ ਮਤ ਅਨੁਸਾਰ ਵਿਚਾਰ। ਆਪਣੀ ਆਪਣੀ ਮਤ ਦੇ ਅਨੁਸਾਰ, ਕਿਉਂਕਿ ਹਰ ਬੰਦਾ ਜੋ ਵੀ ਬੋਲੇਗਾ ਨਾ ਆਪਣੀ ਮਤ ਤੋਂ ਵੱਧ ਕੇ ਨਹੀਂ ਬੋਲ ਸਕਦਾ। ਜੋ ਵੀ ਕਿਸੇ ਕੋਲ ਹੈ ਉਹਨੇ ਉਹੀ ਬੋਲਣਾ, ਉਹੀ ਕਹਿਣਾ ਹੈ। ਪਰ ਸਾਧ ਸੰਗਤ ਜੀ, ਸਾਡੀ ਮਤ ਤੇ ਗਿਆਨ ਰੁਕਦਾ ਨਹੀਂ। ਇੱਕ ਗੱਲ ਮੰਨ ਕੇ ਤੁਰਨਾ ਚਾਹੀਦਾ। ਜੇ ਤੁਸੀਂ ਗਿਆਨ ਲੈਣਾ ਚਾਹੁੰਦੇ ਹੋ ਨਾ, ਤਾਂ ਇੱਕ ਗੱਲ ਇਹ ਮੰਨੋ ਵੀ ਜੋ ਮੈਂ ਜਾਣਦਾ ਹਾਂ ਉਹ ਬਸ ਨਹੀਂ ਹੈ। ਮੇਰੇ ਤੋਂ ਪਰੇ ਹੋਰ ਵੀ ਗਿਆਨੀ, ਮੇਰੇ ਤੋਂ ਪੜ੍ਹੇ ਹੋਰ ਵੀ ਪੜ੍ਹੇ ਲਿਖੇ, ਹੋਰ ਵੀ ਸਿਆਣੇ ਹੋ ਸਕਦੇ ਹਨ। ਜਿਹੜਾ ਬੰਦਾ ਇਸ ਤਰ੍ਹਾਂ ਸੋਚਦਾ ਉਹ ਜ਼ਿੰਦਗੀ 'ਚ ਕੁਝ ਲੈ ਜਾਂਦਾ ਹੈ। ਜਿਹੜਾ ਕਹਿੰਦਾ ਨਹੀਂ, ਜੋ ਮੈਂ ਪੜ੍ਹਿਆ ਹੈ, ਜੋ ਮੈਂ ਸੁਣਿਆ ਹੈ, ਜੋ ਮੈਂ ਸਮਝਿਆ ਹੈ, ਬਸ ਹੈ, ਇਸ ਤੋਂ ਅੱਗੇ ਕੁਝ ਨਹੀਂ, ਉਹ ਬੰਦਾ ਕੁਝ ਵੀ ਨਹੀਂ ਲੈ ਸਕਦਾ। ਕਿਉਂਕਿ ਗਿਆਨ ਦੀ ਤਾਂ ਹੱਦ ਹੀ ਕੋਈ ਨਹੀਂ, ਗਿਆਨ ਦਾ ਤਾਂ ਅੰਤ ਹੀ ਕੋਈ ਨਹੀਂ। ਇਹ ਤਾਂ ਸਮੁੰਦਰ ਹੈ, ਅਥਾਹ ਸਮੁੰਦਰ ਹੈ। ਤਾਂ ਜਦੋਂ ਉਹ ਜਿਹੜੇ ਵੱਧ ਗਿਆਨੀ ਸਨ, ਉਹਨਾਂ ਨੇ ਆਪਣਾ ਜ਼ੋਰ ਲਾ ਲਿਆ, ਉਸ ਵਕੀਲ ਦੀ ਤਸੱਲੀ ਨਹੀਂ ਕਰਾ ਸਕੇ। ਤਉ ਨ ਨਿਸ਼ਚੈ ਤਿਸ ਕਉ ਹੋਵਾ, ਉਹਦੇ ਮਨ ਵਿੱਚ ਨਿਸ਼ਚੈ ਨਹੀਂ ਹੋਇਆ ਇਹਨਾਂ ਦੀਆਂ ਗੱਲਾਂ ਤੇ, ਉਹਨੂੰ ਵਿਸ਼ਵਾਸ ਨਹੀਂ ਆਇਆ। ਉਹਨੂੰ ਇਦਾਂ ਲੱਗਾ ਵੀ ਸਾਰੇ ਮੂੰਹ ਜ਼ਬਾਨੀ ਬੋਲਦੇ ਉੱਪਰੋਂ ਤੋਂ, ਅੰਦਰ ਗੱਲ ਕੋਈ ਗਈ ਨਹੀਂ। ਕਿਉਂਕਿ ਇੱਕ 4 ਬਾਣੀਆਂ ਨੇ ਖਾਲਸਾ ਜੀ, ਇੱਕ ਬੈਖਰੀ ਬਾਣੀ ਆ ਜਿਹੜੀ ਮੈਂ ਬੋਲ ਰਿਹਾ, ਤੁਸੀਂ ਸੁਣ ਰਹੇ ਹੋ, ਬੈਖਰੀ ਬਾਣੀ ਹੈ। ਇੱਕ ਮੱਧਮਾ ਬਾਣੀ ਹੈ, ਇੱਕ ਪਰਾ ਹੈ, ਇੱਕ ਪਸੰਤੀ ਹੈ। ਉਹ ਜਿਹੜੀਆਂ ਅੰਦਰਲੀਆਂ ਬਾਣੀਆਂ, ਜੇ ਇੱਥੋਂ ਗੱਲ ਉੱਠੇ ਨਾ ਧੁਨੀ 'ਚੋਂ, ਉਹ ਗੱਲ ਹੋਰ ਹੁੰਦੀ ਹੈ। ਜਿਹੜੀ ਇੱਥੋਂ ਹੀ ਨਿਕਲਣੀ ਹੈ, ਬਸ ਪੜ੍ਹੀ ਕਿਤਾਬਾਂ 'ਚੋਂ ਸੁਣਾਤੀ, ਆਪਣਾ ਕੋਈ ਤਜਰਬਾ ਨਹੀਂ, ਆਪਣਾ ਕੋਈ ਅਨੁਭਵ ਨਹੀਂ, ਉਹ ਗੱਲ ਅਸਰਦਾਇਕ ਨਹੀਂ ਹੁੰਦੀ। ਉਹ ਵਕੀਲ ਸਮਝਦਾ ਸੀ ਵੀ ਇਹ ਜਿੰਨੇ ਬੰਦੇ ਬੋਲ ਰਹੇ ਆ, ਸੁਣੀਆਂ ਸੁਣਾਈਆਂ ਬੋਲ ਰਹੇ ਆ, ਕਿਸੇ ਦੀ ਲਿਖੀ, ਕਿਸੇ ਦਾ ਤਜਰਬਾ ਹੈ, ਕਿਸੇ ਦਾ ਅਨੁਭਵ ਹੈ, ਆਪਣਾ ਅਨੁਭਵ ਤਾਂ ਨਹੀਂ ਨਾ। ਜਿਹਨੇ ਕਿਤਾਬ ਲਿਖੀ ਹੈ, ਜਿਸ ਬੰਦੇ ਨੇ ਪੁਸਤਕ ਲਿਖੀ ਹੈ, ਉਹਦਾ ਅਨੁਭਵ ਹੋ ਸਕਦਾ, ਕਿਉਂਕਿ ਉਹਨੇ ਅਨੁਭਵ ਕੀਤਾ ਤੇ ਲਿਖ ਦਿੱਤਾ। ਪਰ ਪੜ੍ਹਨ ਵਾਲੇ ਦਾ ਓਨਾ ਅਨੁਭਵ ਹੋਵੇਗਾ, ਇਹ ਜ਼ਰੂਰੀ ਨਹੀਂ ਹੁੰਦਾ। ਕਈ ਵਾਰੀ ਹੋ ਜਾਵੇ ਕਿਰਪਾ ਪਰਮੇਸ਼ਰ ਦੀ, ਪੜ੍ਹੀ ਹੋਈ ਪੁਸਤਕ ਦੇ ਸ਼ਬਦਾਂ ਨੂੰ ਆਪਣੇ ਅੰਦਰ ਉਤਾਰ ਕੇ ਉਹਦਾ ਅਨੁਭਵ ਕਰ ਲਵੇ, ਬਹੁਤ ਵੱਡੀ ਗੱਲ ਹੈ। ਪਰ ਬਹੁਤ ਘੱਟ ਚਾਂਸ ਹੁੰਦੇ ਆ। ਉਸ ਕਾਜੀ ਮੁਲਾਣਿਆਂ ਦੀ ਗੱਲ ਸੁਣ ਕੇ ਵਕੀਲ ਨੇ ਤੱਤ ਕੱਢਿਆ ਵੀ ਇਹ ਬੰਦੇ ਉੱਤੋਂ ਉੱਤੋਂ ਬੋਲਦੇ ਨੇ, ਇਹਨਾਂ ਨੂੰ ਅਜੇ ਸਬਰ ਦਾ ਤੇ ਸ਼ੁਕਰ ਦਾ ਕੋਈ ਪਤਾ ਨਹੀਂ ਹੈ। ਕਰਹਿ ਦਲੀਲਾ ਸੰਸੇ ਹੋਵਾ, ਕਹਿੰਦੇ ਦਲੀਲਾਂ ਕਰਦੇ ਪਰ ਅਜੇ ਸੰਸਾ ਹੈ। ਆਹਾ, ਜਿਹੜੀ ਗੱਲ ਸਾਧ ਸੰਗਤ ਜੀ ਸੰਸਾ ਗਿਆਨ ਹੁੰਦਾ ਨਾ, ਉਹ ਬੰਦਾ ਬੋਲਦਾ ਰਿਹਾ ਹੁੰਦਾ, ਕਹਿ ਤਾਂ ਰਿਹਾ ਹੁੰਦਾ,
ਪਰ ਉਹਨੂੰ ਆਪ ਉਹਦੇ ਤੇ ਵਿਸ਼ਵਾਸ ਨਹੀਂ ਹੁੰਦਾ। ਜਿਹੜੀ ਗੱਲ ਮੈਂ ਕਹਿ ਰਿਹਾ, ਜੇ ਮੇਰਾ ਵਿਸ਼ਵਾਸ ਨਹੀਂ ਇਸ ਗੱਲ ਦੇ ਉੱਤੇ, ਭਰੋਸਾ ਨਹੀਂ, ਤਾਂ ਫਿਰ ਇਹ ਸਿਰਫ ਮੂੰਹ ਦੀ ਗੱਲ ਹੈ। ਮਨ ਨੇ ਮੁੱਖ ਗੱਲਾਂ ਗੋਈਆਂ, ਗੁਰੂ ਸਾਹਿਬ ਦੀ ਬਾਣੀ ਵਿੱਚ ਬਚਨ ਹੈ ਵੀ ਮੂੰਹ ਦੀਆਂ ਗੱਲਾਂ ਨੇ। ਮੂੰਹ ਦੀਆਂ ਗੱਲਾਂ ਨਾਲ ਕੀ ਹੁੰਦਾ, ਜਿੰਨਾ ਚਿਰ ਕਿਸੇ ਦਾ ਆਪਣਾ ਐਕਸਪੀਰੀਅੰਸ ਨਹੀਂ ਹੈ, ਤਜਰਬਾ ਨਹੀਂ ਹੈ, ਅਨੁਭਵ ਨਹੀਂ ਹੋਇਆ, ਉਹ ਗਿਆਨ ਕੱਚਾ ਹੁੰਦਾ ਹੈ। ਹਾਂਜੀ, ਕੇਤਕ ਦਿਨ ਲੋ ਚਰਚਾ ਰਹੀ। ਕਈ ਦਿਨ ਲਾਲ ਕਿਲੇ ਦੇ ਵਿੱਚ ਮੀਟਿੰਗ ਹੁੰਦੀ, ਦੀਵਾਨੇ ਆਮ ਦੇ ਵਿੱਚ 1400 ਵਿਦਵਾਨ ਬੈਠਦੇ ਰਹੇ, 1400 ਉਲਮਾ ਆਪਣੀ ਆਪਣੀ ਦਲੀਲਾਂ ਦਿੰਦੇ ਰਹੇ, ਲਿਖਦੇ ਰਹੇ, ਕੁਰਾਨ ਸ਼ਰੀਫ ਵਿੱਚੋਂ, ਹਦੀਸਾਂ ਵਿੱਚੋਂ, ਇਤਿਹਾਸਕ ਪੁਸਤਕਾਂ ਵਿੱਚੋਂ ਹਵਾਲੇ ਦਿੰਦੇ ਰਹੇ, ਖਾਤਰ ਜਮਾ ਭਈ ਕਿਮ ਨਹੀਂ। ਪਰ ਕਿਸੇ ਦੀ ਤਸੱਲੀ ਨਹੀਂ ਹੋਈ। ਉਹ ਜਿਹੜਾ ਬੰਦਾ ਆਇਆ ਸੀ ਉਹਦੀ ਖਾਤਰ ਜਮਾ ਨਹੀਂ ਕਰ ਸਕੇ। ਭਇਓ ਨਿਰਾਸ ਸਭਨ ਤੇ ਜਬੈ। ਜਦੋਂ ਉਹ 1400 ਬੰਦਿਆਂ ਦੀਆਂ ਗੱਲਾਂ ਸੁਣ ਕੇ ਨਿਰਾਸ਼ ਹੋ ਗਿਆ, ਸਰਮਦ ਕੋ ਸਿਮਰਿਓ ਤਿਨ ਤਬੈ। ਉਹਨੂੰ ਪਤਾ ਸੀ ਜਦੋਂ ਇਹ 1400 ਬੰਦੇ ਜਵਾਬ ਨਾ ਦੇ ਸਕਣ ਤਾਂ ਫਿਰ ਦਿੱਲੀ 'ਚ ਇੱਕ ਹੈ ਜਿੱਥੇ ਸਾਡੀ ਗੱਲ ਬਣ ਸਕਦੀ ਹੈ। ਰੂਮ ਦੇ ਬਾਦਸ਼ਾਹ ਨੇ ਕਹਿ ਕੇ ਭੇਜਿਆ ਸੀ ਵੀ ਉੱਥੇ ਇੱਕ ਹੈ, ਸ਼ਰਮਦ ਉਹਦਾ ਨਾਮ ਹੈ, ਫਕੀਰ ਹੈ, ਨੰਗਾ ਧੜੰਗਾ ਰਹਿੰਦਾ ਹੈ, ਕਿਸੇ ਨਾਲ ਉਹਦਾ ਕੋਈ ਵਾਹ ਵਾਸਤਾ ਨਹੀਂ, ਸਿਰਫ ਅੱਲਾ ਨਾਲ ਵਾਸਤਾ ਹੈ, ਖੁਦਾ ਨਾਲ ਵਾਹ ਵਾਸਤਾ ਹੈ, ਉਹਦੇ ਕੋਲ ਚੱਲੀਏ। ਬੂਝਿਓ ਲੋਕਨ ਤੇ ਕਿਤ ਰਹੈ। ਉਹਨੇ 1400 ਵਿਦਵਾਨਾਂ ਦਾ ਖਹਿੜਾ ਛੱਡਿਆ, ਉਹ ਬਾਹਰ ਨਿਕਲਿਆ, ਲੋਕਾਂ ਤੋਂ ਪੁੱਛਿਆ ਇੱਥੇ ਦਿੱਲੀ 'ਚ ਸਰਮਦ ਕਿੱਥੇ ਰਹਿੰਦਾ ਹੈ। ਮਹਦ ਵਿਦਤ ਦਰਵੇਸ਼ ਜੋ ਅਹ। ਕਹਿੰਦੇ ਬੜਾ ਪ੍ਰਸਿੱਧ ਸੰਤ ਹੈ ਔਰ ਉਹਦੀ ਧਾਂਕ ਪੂਰੇ ਵਰਲਡ ਵਿੱਚ ਸੀ। ਇਹ ਨਹੀਂ ਵੀ ਦਿੱਲੀ 'ਚ ਰਹਿੰਦਾ ਸੀ ਤੇ ਉਹਨੂੰ ਦਿੱਲੀ ਵਾਲੇ ਹੀ ਜਾਣਦੇ ਸੀ। ਮਹਾਰਾਜ ਦੀ ਬਾਣੀ ਚਾਹੁੰਦਾ ਨਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਏ ਨਾ ਮੇਟਣ ਹਾਰਾ। ਜਿਵੇਂ ਫੁੱਲ ਖਿੜਦਾ ਨਾ, ਉਹਦੀ ਖੁਸ਼ਬੂ ਆਪੇ ਚਾਰੇ ਪਾਸੇ ਪਸਰ ਜਾਂਦੀ ਹੈ। ਤੇ ਉਹਦੀ ਇਹੋ ਜਿਹੀ ਸੁਗੰਧੀ ਸੀ, ਦੂਰ ਦੂਰ ਮੱਕੇ ਮਦੀਨੇ ਤੱਕ ਪਹੁੰਚੀ ਹੋਈ ਸੀ ਵੀ ਇੱਕ ਮੁਸਲਮਾਨਾਂ 'ਚ ਫਕੀਰ ਹੈ, ਉਹ ਦਿੱਲੀ ਵਿੱਚ ਰਹਿੰਦਾ ਹੈ ਤੇ ਪਹੁੰਚਿਆ ਹੋਇਆ ਹੈ। ਲੋਕਾਂ ਨੇ ਦੱਸਿਆ, ਪਰਿਓ ਕੈਦ ਮੈਂ ਤੈਨੂੰ ਬਤਾਵਾ। ਉਹਨਾਂ ਨੇ ਆਖਿਆ ਜੀ ਉਹ ਤਾਂ ਜੇਲ੍ਹ ਵਿੱਚ ਹੈ, ਉਹ ਅੱਜ ਕੱਲ੍ਹ ਗਲੀਆਂ ਬਾਜ਼ਾਰਾਂ 'ਚ ਨਹੀਂ ਮਿਲ ਸਕਦਾ। ਪਹਿਲਾਂ ਉਹ ਇੱਥੇ ਬਾਜ਼ਾਰ 'ਚ ਫਿਰਦਾ ਸੀ, ਚਾਂਦਨੀ ਚੌਂਕ, ਲਾਲ ਕਿਲਾ, ਜਾਮਾ ਮਸਜਿਦ, ਬਾਜ਼ਾਰਾਂ ਵਿੱਚ ਨੰਗਾ ਫਿਰਦਾ ਸੀ। ਪਰ ਬਾਦਸ਼ਾਹ ਔਰੰਗਜ਼ੇਬ ਨੇ ਉਸ ਨੂੰ ਝੂਠੇ ਦੋਸ਼ ਲਾ ਕੇ ਜੇਲ੍ਹ 'ਚ ਸਿੱਟ ਦਿੱਤਾ ਹੈ। ਸ਼ਰਾ ਬਹਿਰ ਚਲ ਬੇ ਅਟਕਾਵਾ। ਕਿਉਂਕਿ ਉਹ ਸ਼ਰਾ ਨੂੰ ਮੰਨਦਾ ਨਹੀਂ, ਉਹ ਕਿਸੇ ਇਸਲਾਮੀ ਕਾਨੂੰਨ ਨੂੰ, ਕਿਸੇ ਧਾਰਮਿਕ ਕਾਨੂੰਨ ਨੂੰ, ਕਿਸੇ ਰਾਜਨੀਤਿਕ ਕਾਨੂੰਨ ਨੂੰ ਨਹੀਂ ਮੰਨਦਾ। ਉਹ ਦੁਨਿਆਵੀ ਸ਼ਰਾ ਤੋਂ ਬਹੁਤ ਉੱਪਰ ਲੰਘਿਆ ਹੋਇਆ ਫਕੀਰ ਹੈ। ਇਹ ਉਹਨੂੰ ਕਹਿੰਦੇ ਵੀ ਤੂੰ ਸ਼ਰਾ ਵਿੱਚ ਚੱਲ, ਕੱਪੜੇ ਪਾ, ਸਾਡੇ ਮੁਤਾਬਕ ਜੀ, ਜਿਵੇਂ ਅਸੀਂ ਕਹਿੰਦੇ ਹਾਂ 5 ਨਮਾਜ਼ਾਂ ਪੜ੍ਹ, ਰੋਜ਼ੇ ਰੱਖ, ਜੋ ਕੰਮ ਇਸਲਾਮੀ ਸ਼ਰਾ ਵਿੱਚ ਜਾਇਜ਼ ਨੇ ਉਹ ਕਰ, ਜਿਹੜੇ ਨਹੀਂ ਜਾਇਜ਼ ਉਹ ਨਾ ਕਰ। ਉਹ ਕਹਿੰਦਾ ਮੈਨੂੰ ਇਹਨਾਂ ਸ਼ਰਾ ਦੀ ਬੇੜੀਆਂ 'ਚ ਨਾ ਪਾਓ, ਮੈਂ ਪੈਣਾ ਹੀ ਨਹੀਂ, ਇਹਨਾਂ ਨੂੰ ਮੈਂ ਮੰਨਦਾ ਹੀ ਨਹੀਂ, ਇਹ ਮੇਰੇ ਵਾਸਤੇ ਹੈ ਹੀ ਨਹੀਂ, ਮੈਂ ਤਾਂ ਕੈਦ 'ਚੋਂ ਛੁੱਟਿਆ ਹੋਇਆ ਹਾਂ, ਇਹ ਕੈਦ ਹੈ। ਉਹ ਕੈਦ ਵਿੱਚੋਂ ਨਿਕਲਿਆ ਹੋਇਆ ਹੋਣ ਕਰਕੇ ਇਹ ਸ਼ਰਾ ਦੀ ਪਾਬੰਦੀ ਦੇ ਵਿੱਚ ਪਾਬੰਦ ਨਹੀਂ ਹੈ, ਇਸ ਕਰਕੇ ਔਰੰਗਜ਼ੇਬ ਨੇ ਉਸ ਨੂੰ ਜੇਲ੍ਹ 'ਚ ਸੁੱਟਿਆ ਹੋਇਆ ਹੈ। ਰੂਮ ਸ਼ਾਹ ਕੋ ਦੂਤ ਸੁਣੀ ਜਬ। ਜਦੋਂ ਰੂਮ ਦੇ ਬਾਦਸ਼ਾਹ ਦੇ ਦੂਤ ਨੇ ਇਹ ਗੱਲ ਸੁਣੀ, ਜਾਣਿਓ ਨੌਰੰਗ ਕੁਟਲ ਵੱਡੋ ਤਬ। ਉਹਨੂੰ ਸਮਝ ਆਈ ਕਿ ਔਰੰਗਜ਼ੇਬ ਬੜਾ ਪਾਪੀ ਬੰਦਾ, ਬੜਾ ਬੇਸਮਝ ਹੈ, ਬੜਾ ਕੁਟਲ ਹੈ, ਝੂਠਾ ਹੈ, ਮਕਾਰ ਹੈ, ਫਰੇਬੀ ਹੈ। ਵੀ ਜਿਹੜੇ ਦਰਵੇਸ਼ ਮਹਾਂਪੁਰਸ਼ ਦੀ ਸੇਵਾ ਕਰਨੀ ਚਾਹੀਦੀ ਹੈ, ਜਿਹੜੇ ਮਹਾਂਪੁਰਸ਼ ਦੀ ਸੰਗਤ ਕਰਨੀ ਚਾਹੀਦੀ ਹੈ, ਜਿਹਦੇ ਬਚਨ ਸੁਣਨੇ ਚਾਹੀਦੇ ਹੈ, ਉਹਨੂੰ ਜੇਲ੍ਹ 'ਚ ਸੁੱਟਿਆ ਹੋਇਆ। ਤੇ ਜਿਹੜੇ ਟੁੱਕਰ ਬੋਚ 4 ਕਿਤਾਬਾਂ ਪੜ੍ਹ ਕੇ ਉਲਮਾ ਬਣੇ ਨੇ, ਉਹਨਾਂ ਨੂੰ ਆਪਣੀ ਸ਼ਬਦ ਦਾ ਸਿੰਗਾਰ ਬਣਾਇਆ, ਜਿਨ੍ਹਾਂ ਨੂੰ ਜਵਾਬ ਹੀ ਨਹੀਂ ਆਇਆ, ਜਿਹੜੇ ਸਬਰ ਤੇ ਸ਼ੁਕਰ ਦੇ ਮਾਇਨੇ ਨਹੀਂ ਦੱਸ ਸਕੇ, ਉਹਨਾਂ ਬੰਦਿਆਂ ਨੂੰ ਆਪਣੀ ਕਚਹਿਰੀ 'ਚ ਬਿਠਾਇਆ ਹੋਇਆ ਹੈ। ਸਾਧ ਸੰਗਤ ਜੀ, ਜਦੋਂ ਕੋਈ ਇਹੋ ਜਿਹੀ ਹਨੇਰਗਰਦੀ ਹੁੰਦੀ ਹੈ ਨਾ, ਉਦੋਂ ਸਾਧ ਸੰਗਤ ਜੀ ਹੰਸ ਜਿਹੜੇ ਨੇ ਉਹ ਦਾਣਾ ਚੁਗਦੇ ਨੇ ਤੇ ਜਿਹੜੇ ਕਾਂ ਨੇ ਉਹ ਮੋਤੀ ਚੁਗਦੇ ਨੇ। ਇਹ ਕਲਯੁਗ ਦੀ ਨਿਸ਼ਾਨੀ ਹੈ। ਕਹਿੰਦੇ ਵੀ ਜਦੋਂ ਕਲਯੁਗ ਆਏਗਾ ਕੀ ਹੋਵੇਗਾ, ਕਹਿੰਦੇ ਹੰਸ ਚੁਣੇਗਾ ਦਾਣਾ, ਦੁਣਕਾ ਕਊਆ ਮੋਤੀ ਖਾਏਗਾ। ਇਹ ਕਲਯੁਗ ਦੀ ਨਿਸ਼ਾਨੀ। ਜਿਹੜੇ ਹੰਸ ਨੇ ਉਹਦੇ ਵਿਚਾਰੇ ਦਾਣੇ ਚੁਗਦੇ ਨੇ, ਗਰੀਬੀ ਦਿਨ ਕੱਟਦੇ ਨੇ, ਤੇ ਜਿਹੜੇ ਕਾਂ ਨੇ ਉਹ ਮੋਤੀ ਖਾਂਦੇ ਨੇ। ਉਲਟਾ ਕੰਮ ਹੋ ਗਿਆ ਨਾ।
ਤੇ ਇਹ ਵਿਦਵਾਨਾਂ ਨੂੰ, ਸੰਤਾਂ, ਬ੍ਰਹਮ ਗਿਆਨੀਆਂ ਨੂੰ ਜੇਲ੍ਹਾਂ 'ਚ, ਤੇ ਜਿਹੜੇ ਕਾਂ ਹਨ, ਕਪਟੀ ਹਨ, ਪਖੰਡੀ ਹਨ, ਝੂਠੇ ਮੁਲਾਣੇ, ਉਹਨਾਂ ਨੂੰ ਆਪਣੀ ਸਭਾ ਦਾ ਸ਼ਿੰਗਾਰ ਬਣਾਈ ਬੈਠਾ ਹੈ। ਗਇਓ ਕੈਦ ਖਾਨੋ ਮਹਿ ਦੇਖਾ। ਚਲੋ ਜੋ ਵਾਹਿਗੁਰੂ ਦਾ ਹੁਕਮ ਹੈ ਆਪਾਂ ਚੱਲ ਕੇ ਮਿਲੀਏ। ਉਹਨੇ ਜੇਲ੍ਹ ਵਿੱਚ ਜਾ ਕੇ ਮੁਲਾਕਾਤ ਲਿਖਾਈ ਤੇ ਸ਼ਰਮਦ ਨੂੰ ਮਿਲਿਆ। ਤਨ ਜਿਹੇ ਬੰਧਨ ਪਰੇ ਵਿਸ਼ੇਖਾ। ਜਦੋਂ ਮਿਲਿਆ ਕੀ ਦੇਖਿਆ ਕਿ ਸ਼ਰਮਦ ਦੇ ਹੱਥਾਂ ਨੂੰ ਹੱਥ ਕੜੀਆਂ ਲੱਗੀਆਂ ਹੋਈਆਂ ਸਨ, ਪੈਰਾਂ 'ਚ ਬੇੜੀਆਂ ਪਾਈਆਂ ਹੋਈਆਂ ਸਨ, ਗਲ ਵਿੱਚ ਗੋਲ ਤੌਕ ਪਾਇਆ ਹੋਇਆ ਸੀ। ਹੱਥ ਜੋੜ ਕਰ ਸਜਦਾ ਕੀਨ। ਉਸ ਵਕੀਲ ਨੇ ਜਾ ਕੇ ਹੱਥ ਜੋੜ ਕੇ ਮੱਥਾ ਟੇਕਿਆ, ਨਮਸਕਾਰ ਕੀਤੀ, ਸਜਦਾ ਕੀਤਾ, ਕਿਉਂਕਿ ਉਹਨੂੰ ਪਤਾ ਸੀ ਕਿ ਇਹ ਜਿਹੜਾ ਹੱਥ ਕੜੀਆਂ 'ਚ ਬੇੜੀਆਂ 'ਚ ਜਕੜਿਆ ਹੋਇਆ ਇਹ ਕੋਈ ਆਮ ਇਨਸਾਨ ਨਹੀਂ, ਇਹ ਪੂਰਨ ਤਤ ਬੇਤਾ ਬ੍ਰਹਮ ਗਿਆਨੀ ਮਹਾਪੁਰਸ਼ ਹੈ। ਬੈਠਿਓ ਚਿਤ ਮਹਿ ਜਾਨ ਪ੍ਰਬੀਨ। ਕਹਿੰਦੇ ਉਹਨੂੰ ਗਿਆਨੀ ਸਮਝ ਕੇ, ਪੂਰਨ ਪੁਰਸ਼ ਸਮਝ ਕੇ ਉਹਦੇ ਚਰਨਾਂ 'ਚ ਮੱਥਾ ਟੇਕ ਕੇ ਬੈਠ ਗਿਆ। ਆਪਣੋ ਸਕਲ ਪ੍ਰਸੰਗ ਸੁਨਾਵਾ। ਤੇ ਉਹਨੇ ਆਪਣੇ ਆਉਣ ਦਾ ਸਭ ਪ੍ਰਸੰਗ ਦੱਸਿਆ ਕਿ ਐ ਪੀਰੋ ਮੁਰਸ਼ਦ, ਐ ਰੱਬ ਦੇ ਪਿਆਰੇ ਦਰਵੇਸ਼, ਮੈਂ ਰੂਮ ਦੇਸ਼ ਦੇ ਬਾਦਸ਼ਾਹ ਦਾ ਵਕੀਲ ਹਾਂ ਔਰ ਮੈਂ ਰੂਮ ਦੇਸ਼ ਤੋਂ ਚੱਲ ਕੇ ਆਇਆ ਹਾਂ। ਰੂਮ ਵਲਾਇਤ ਤੇ ਚੱਲ ਆਵਾ। ਮੈਂ ਰੂਮ ਦੇਸ਼ ਤੋਂ ਚੱਲ ਕੇ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ 'ਚ ਤੁਹਾਨੂੰ ਮਿਲਣ ਆਇਆ ਹਾਂ। ਤਹਾ ਨਾਮ ਸ਼ੁਭ ਸੁਨਿਓ ਤੁਮਾਰਾ। ਉੱਥੇ ਆਪ ਜੀ ਦੀ ਬੜੀ ਮਹਿਮਾ ਸੁਣੀ ਹੈ। ਰੂਮ ਦੇਸ਼ ਦੇ ਵਿੱਚ ਲੋਕ ਤੁਹਾਡੀਆਂ ਗੱਲਾਂ ਕਰਦੇ ਨੇ, ਤੁਹਾਡਾ ਨਾਮ ਉੱਥੇ ਬੜਾ ਸਤਿਕਾਰ ਨਾਲ ਲੈਂਦੇ ਨੇ, ਕਿਉਂਕਿ ਜਿਹੜੇ ਬੰਦੇ ਸਾਧ ਸੰਗਤ ਜੀ ਜੌਹਰੀ ਹੁੰਦੇ ਨਾ, ਉਹ ਹੀਰੇ ਦੀ ਪਰਖ ਕਰਦੇ ਨੇ, ਤੇ ਜਿਹੜੇ ਵਿਚਾਰੇ ਆਲੂ ਗੋਭੀ ਟਮਾਟਰ ਖਰੀਦਣ ਵਾਲੇ, ਉਹਨਾਂ ਨੂੰ ਕੀ ਪਤਾ ਵੀ ਹੀਰਾ ਕੀ ਹੁੰਦਾ। ਤਾਂ ਔਰੰਗਜ਼ੇਬ ਤਾਂ ਇਹੋ ਜਿਹਾ ਵਿਚਾਰਾ ਦੁਨਿਆਵੀ ਬੰਦਾ ਸੀ, ਸ਼ਰਈ, ਮੁਤਸਬੀ, ਕੱਟੜ, ਵੀ ਮੈਂ ਜੋ ਕਹਿੰਦਾ ਉਹ ਠੀਕ ਹੈ, ਬਾਕੀ ਸਭ ਗਲਤ ਹੈ। ਪਰ ਜਿਹੜੇ ਬੰਦੇ ਪਾਰਖੂ ਸਨ, ਉਹਨਾਂ ਨੂੰ ਪਤਾ ਸੀ ਕਿ ਔਰੰਗਜ਼ੇਬ ਕੁਛ ਵੀ ਨਹੀਂ, ਸ਼ਰਮਦ ਬਹੁਤ ਪਹੁੰਚਿਆ ਹੋਇਆ ਫਕੀਰ ਹੈ। ਬਹਲੋ ਕਨ ਜਸ ਵੱਡੋ ਉਚਾਰਾ। ਹਾਂ ਮਹਾਰਾਜ, ਕਈ ਸੰਤਾਂ ਮਹਾਪੁਰਸ਼ਾਂ ਕੋਲੋਂ ਤੁਹਾਡੀ ਤਾਰੀਫ ਸੁਣੀ ਹੈ, ਤੁਹਾਡੇ ਬਾਰੇ ਜਾਣਦਾ ਹਾਂ ਮੈਂ ਕਿ ਤੁਸੀਂ ਕੋਈ ਆਮ ਇਨਸਾਨ ਨਹੀਂ ਹੋ, ਤੁਸੀਂ ਉਸ ਅੱਲਾਹ ਪਾਕ ਦੀ ਜਾਤ ਹੋ। ਕਿਉਂਕਿ ਜਿਹੜੇ ਫਕੀਰ ਹੁੰਦੇ ਨਾ, ਇਹਨਾਂ ਨੂੰ ਖੁਦਾ ਜਾਤ ਕਹਿੰਦੇ ਨੇ। ਫਕੀਰਾਂ ਨੂੰ ਨਾ ਖੁਦਾ ਜਾਤ, ਅੱਲਾ ਜਾਤ, ਅੱਲਾ ਦੀ ਜਾਤ, ਅੱਲਾ ਦਾ ਰੂਪ, ਅੱਲਾ ਹੀ ਬਣ ਗਏ ਇਹੋ ਜਿਹੇ ਬੰਦੇ। ਹਾਂਜੀ, ਇਹਾਂ ਆਏ ਅਸ ਗਤ ਜਤ ਹੇਰਾ। ਤੇ ਮਹਾਰਾਜ ਇੱਥੇ ਆਏ ਆ ਤੁਹਾਡੇ ਦਰਸ਼ਨਾਂ ਲਈ, ਤੇ ਤੁਹਾਡੀ ਇਹ ਹਾਲਤ ਵੇਖੀ ਹੈ। ਤੁਹਾਡੇ ਹੱਥਾਂ 'ਚ ਹੱਥ ਕੜੀਆਂ, ਪੈਰਾਂ 'ਚ ਬੇੜੀਆਂ, ਗਲ 'ਚ ਲੋਹੇ ਦਾ ਤੌਕ ਪਾਇਆ ਹੋਇਆ, ਤੇ ਤੁਸੀਂ ਇਸ ਹਾਲਤ ਵਿੱਚ ਜੇਲ੍ਹ ਦੇ ਵਿੱਚ ਪਏ ਹੋਏ ਹੋ। ਤਉ ਮਾਇਨਾ ਕਹੋ ਭਲੇਰਾ। ਪਰ ਮਹਾਰਾਜ, ਇਹ ਮੈਨੂੰ ਪਤਾ ਹੈ ਕਿ ਤੁਹਾਨੂੰ ਇਹਨਾਂ ਹੱਥ ਕੜੀਆਂ ਦਾ ਕੋਈ ਪ੍ਰਭਾਵ ਨਹੀਂ, ਇਹਨਾਂ ਬੇੜੀਆਂ ਦਾ ਤੁਹਾਡੇ ਤੇ ਕੋਈ ਅਸਰ ਨਹੀਂ। ਤੁਹਾਡੇ ਅੰਦਰ ਦੀ ਜੋਤ ਤਾਂ ਉੱਦਾਂ ਹੀ ਜਗਦੀ ਹੈ, ਅੰਦਰਲਾ ਪ੍ਰਕਾਸ਼ ਗਿਆਨ ਦਾ ਤਾਂ ਉਸੇ ਤਰ੍ਹਾਂ ਹੀ ਹੈ। ਕਿਰਪਾ ਕਰੋ, ਮੈਂ ਤੁਹਾਡੇ ਚਰਨਾਂ 'ਚ ਦੋ ਸ਼ਬਦਾਂ ਦਾ, ਦੋ ਲਫ਼ਜ਼ਾਂ ਦਾ ਅਰਥ ਪੁੱਛਣ ਆਇਆ, ਮਾਇਨਾ ਪੁੱਛਣ ਆਇਆ। ਇਹ ਮਹਾਰਾਜ ਦੱਸ ਦਿਓ, ਸਬਰ ਕੀ ਹੁੰਦਾ ਜੇ ਤੇ ਸ਼ੁਕਰ ਕੀ ਹੁੰਦਾ ਜੇ। ਹਾਂਜੀ, ਸ਼ੁਕਰ ਸਬਰ ਜੇ ਆਖਿਆ ਦੋਏ। ਇਹ ਦੋ ਲਫ਼ਜ਼ ਬਹੁਤ ਪ੍ਰਸਿੱਧ ਹਨ, ਦੁਨੀਆ 'ਚ ਸਾਰੇ ਕਹਿੰਦੇ ਨੇ, ਸਬਰ ਤੇ ਸ਼ੁਕਰ। ਇਹ ਮਹਾਰਾਜ ਪੜ੍ਹਦੇ ਵੀ ਆ, ਕਿਤਾਬਾਂ 'ਚ ਵੀ ਬੜਾ ਲਿਖਿਆ ਹੈ। ਲੋਕਾਂ ਦੀ ਜ਼ੁਬਾਨ 'ਤੇ ਹਰ ਬੰਦਾ ਹੀ ਬੋਲ ਦਿੰਦਾ ਹੈ, ਅੱਲਾ ਦਾ ਸ਼ੁਕਰ ਹੈ, ਖੁਦਾ ਦਾ ਸ਼ੁਕਰ ਹੈ, ਜਾਂ ਇਹ ਵੀ ਕਹਿ ਦਿੰਦੇ ਨੇ ਵੀ ਸਬਰ ਦੇ ਨਾਲ ਜ਼ਿੰਦਗੀ ਕੱਟੋ, ਸਬਰ ਕਰ ਲਓ, ਸਬਰ ਕਰੋ। ਇਹ ਸਾਰੇ ਕਹਿੰਦੇ ਨੇ, ਪਰ ਸਬਰ ਹੁੰਦਾ ਕੀ ਹੈ, ਸ਼ੁਕਰ ਹੁੰਦਾ ਕੀ ਹੈ, ਇਹ ਕਿਸੇ ਨੂੰ ਪਤਾ। ਮਹਾਰਾਜ ਤੁਹਾਨੂੰ ਪਤਾ ਹੈ, ਜੇ ਤੁਹਾਨੂੰ ਪਤਾ ਹੈ ਤਾਂ ਕਿਰਪਾ ਕਰਕੇ ਦੱਸ ਦਿਓ। ਕਿਸ ਕੋ ਕਹੈ ਬਖਾਨੋ ਸੋਏ। ਬਸ ਕਿਰਪਾ ਕਰੋ, ਕੀ ਹੁੰਦਾ ਹੈ ਸਬਰ, ਕਿਸ ਨੂੰ ਕਹਿੰਦੇ ਨੇ ਸ਼ੁਕਰ, ਦੱਸ ਦਿਓ। ਸੁਨ ਸਰਮਦ ਤੇ ਤੋ ਸਭ ਕਹਿਓ। ਸ਼ਰਮਦ ਫਕੀਰ ਨੇ ਉਸ ਵਕੀਲ ਦੀ ਗੱਲ ਸੁਣੀ, ਉਹਦੇ ਵੱਲ ਦੇਖਿਆ, ਤੇ ਇਸ ਤਰ੍ਹਾਂ ਦੇ ਬਚਨ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਆਖੇ। ਲੈਨ ਮਾਇਨਾ ਜੇ ਚਤ ਚਾਹਿਓ। ਕਹਿਣ ਲੱਗੇ, ਭਾਈ ਜੇ ਤੂੰ ਸਬਰ ਦੇ ਮਾਇਨੇ ਪੁੱਛਣੇ ਚਾਹੁੰਦਾ ਹੈ, ਜੇ ਤੂੰ ਸ਼ੁਕਰ ਦੇ ਅਰਥ ਜਾਣਨੇ ਚਾਹੁੰਦਾ ਹੈ, ਹੋਤ ਪ੍ਰਾਤ ਕੇ ਚੱਲ ਕਰ ਆਵਹੁ। ਤਾਂ ਕੱਲ ਸਵੇਰੇ ਅੰਮ੍ਰਿਤ ਵੇਲੇ ਆਵੀਂ, ਸਵੇਰੇ ਸਵੇਰੇ ਆ ਜਾਵੀਂ, ਦਿਨ ਚੜ੍ਹਦੇ ਤੋਂ ਪਹਿਲਾਂ ਮੇਰੇ ਕੋਲ ਪਹੁੰਚ ਜਾਵੀਂ। ਜਲ ਕੀ ਮਸ਼ਕ ਸੰਗ ਕਰ ਲਿਆਵਹੁ। ਦੋ ਚੀਜ਼ਾਂ ਲੈ ਕੇ ਆਵੀਂ ਮੇਰੇ ਵਾਸਤੇ, ਇੱਕ ਤੇ ਪਾਣੀ ਦੀ ਮਸ਼ਕ ਭਰ ਕੇ ਲਿਆਵੀਂ। ਤਹਮਦ ਨਯੋ ਏਕ ਤਬ
ਇੱਕ ਨਵੀਂ ਧੋਤੀ ਲੈ ਕੇ ਆਵੀਂ, ਕਿਉਂਕਿ ਮੈਂ ਕਈ ਮਹੀਨੇ ਹੋ ਗਏ ਨਹਾਤਾ ਨਹੀਂ ਹਾਂ ਤੇ ਮੈਂ ਕਦੀ ਕੱਪੜਾ ਵੀ ਨਹੀਂ ਪਾਇਆ, ਪਰ ਮੈਂ ਕੱਲ ਧੋਤੀ ਬੰਨਾਂਗਾ। ਆਖੋ ਸ੍ਰੀ ਵਾਹਿਗੁਰੂ। ਫੌਜ ਦੀ ਫਕੀਰ ਦੀ ਮੌਜ ਦਾ ਕਿਆ ਪਤਾ ਹੈ, ਕਿੱਧਰ ਨੂੰ ਆ ਜਾਵੇ, ਉਹਦੀ ਮੌਜ ਦਾ ਕੋਈ ਪਤਾ ਨਹੀਂ। ਸਮੁੰਦਰ ਦੀ, ਦਰਿਆ ਦੀ ਮੌਜ ਤਾਂ ਇਹਨੂੰ ਚੱਲੇਗੀ, ਪਰ ਬ੍ਰਹਮ ਗਿਆਨੀ ਦੀ ਮੌਜ ਪੁੱਠੀ ਵੀ ਚੱਲ ਸਕਦੀ ਹੈ। ਉਹ ਉਲਟੀ ਗੰਗਾ ਪਹਾੜਾਂ ਨੂੰ ਵੀ ਚੜ੍ਹਾ ਸਕਦਾ, ਕੁਛ ਵੀ ਕਰ ਸਕਦਾ। ਕਦੀ ਕੱਪੜਾ ਪਾਇਆ ਨਹੀਂ ਸੀ, ਕਦੀ ਤਨ 'ਤੇ ਕੋਈ ਬਸਤਰ ਪਹਿਨਿਆ ਨਹੀਂ ਸੀ। ਜਦੋਂ ਦਾ ਇਹ 18-19 ਸਾਲ ਦੀ ਉਮਰ ਵਿੱਚ ਹੀ ਫਕੀਰ ਹੋ ਗਿਆ ਸੀ ਸਮਝੋ। ਜਦੋਂ ਇਹਦੇ ਪਿਤਾ ਮਾਤਾ ਚੜ੍ਹਾਈ ਕਰ ਗਏ, ਅਮੀਰਾ ਇੰਨਾ ਸੀ, ਕਰੋੜਾਂ ਲੱਖਾਂ ਅਰਬਾਂ ਕਰਬਾਂ ਦੀ ਪ੍ਰਾਪਰਟੀ ਸੀ, ਗਰੀਬ ਸੰਤਾਂ ਫਕੀਰਾਂ ਸਾਧੂਆਂ ਨੂੰ ਛਕਾ ਦਿੱਤੀ। ਫਿਰ ਕਿਸੇ ਪੂਰਨ ਪੁਰਸ਼ ਦੀ ਕਿਰਪਾ ਨਾਲ ਇਹਨੂੰ ਬ੍ਰਹਮ ਗਿਆਨ ਦੀ ਉਹ ਦਾਤ ਮਿਲੀ। ਬਸ ਉਸ ਤੋਂ ਬਾਅਦ ਫਿਰ ਸਭ ਕੁਝ ਛੱਡ ਕੇ ਨਗਨ ਹੋ ਗਿਆ ਤੇ ਦਿੱਲੀ 'ਚ ਰਹਿਣ ਲੱਗਾ। ਤੋ ਕਹਿੰਦਾ ਕੱਲ ਮੈਂ ਧੋਤੀ ਬੰਨਾਂਗਾ, ਇੱਕ ਧੋਤੀ ਤਹਿਮਤ ਲੈ ਕੇ ਆਵੀਂ ਤੇ ਇੱਕ ਮੇਰੇ ਵਾਸਤੇ ਪਾਣੀ ਦੀ ਮਸ਼ਕ ਭਰ ਕੇ ਲਿਆਵੀਂ। ਮੈਂ ਕਈ ਮਹੀਨਿਆਂ ਤੋਂ ਨਹਾਤਾ ਨਹੀਂ, ਇਸ਼ਨਾਨ ਕਰਾਂਗਾ ਕੱਲ ਨੂੰ, ਫਿਰ ਦੱਸਾਂਗਾ ਤੈਨੂੰ ਮਾਇਨੇ। ਹਾਂਜੀ, ਜੋ ਤੂੰ ਪੁੱਛੇਂਗਾ ਦੱਸਾਂਗਾ। ਸਾਧ ਸੰਗਤ ਜੀ, ਇਹ ਵੀ ਇੱਕ ਮਰਜ਼ਾਦਾ ਹੈ। ਜਿਹੜੇ ਗੁਰੂ ਕੋਲੋਂ ਕੋਈ ਗਿਆਨ ਲੈਣਾ ਹੋਵੇ ਉਹਨੂੰ ਕੁਛ ਨਾ ਕੁਛ ਭੇਟਾ ਕਰਨੀ ਪੈਂਦੀ ਹੈ। ਫਰੀ ਵਿੱਚ ਗਿਆਨ ਦਈਏ ਨਾ ਤੇ ਗਿਆਨ ਦੀ ਬੇਕਦਰੀ ਹੁੰਦੀ ਹੈ। ਇਸ ਕਰਕੇ ਉਹਨੇ ਮਰਜ਼ਾਦਾ ਦੀ ਵੀ ਖਿਆਲ ਰੱਖਿਆ ਵੀ ਜੇ ਤੂੰ ਮੇਰੇ ਵਾਸਤੇ ਲਿਆਉਣਾ, ਜਾ ਇੱਕ ਪਾਣੀ ਦੀ ਮਸ਼ਕ ਮੈਂ ਨਹਾਉਣਾ ਤੇ ਇੱਕ ਮੈਂ ਧੋਤੀ ਬੰਨਣੀ ਹੈ, ਤਹਿਮਤ ਪਹਿਨਣੀ ਹੈ। ਫਿਰ ਉਸ ਤੋਂ ਬਾਅਦ ਤੈਨੂੰ ਮੈਂ ਦੱਸ ਦਿਆਂਗਾ ਵੀ ਤੂੰ ਕੀ ਚਾਹੁੰਦਾ ਤੇ ਮੈਂ ਤੈਨੂੰ ਕੀ ਦੱਸਣਾ ਹੈ। ਹਾਂਜੀ, ਸੁਣ ਕੇ ਦੂਤ ਗਇਓ ਨਿਜ ਡੇਰੇ। ਉਹ ਦੂਤ ਚਲਾ ਗਿਆ ਆਪਣੇ ਡੇਰੇ ਵਿੱਚ, ਰਾਤ ਰਿਹਾ ਤੇ ਉਹ ਦੋਵੇਂ ਚੀਜ਼ਾਂ ਦਾ ਉਹਨੇ ਰਾਤੋਂ ਰਾਤ ਬੰਦੋਬਸਤ ਕਰ ਲਿਆ। ਨਿਸਾ ਬਿਤਾਏ ਤਿਆਰ ਭਾ ਫੇਰੇ। ਤੇ ਰਾਤ ਉਹਨੇ ਬਤੀਤ ਕੀਤੀ ਆਪਣੇ ਡੇਰੇ ਵਿੱਚ ਤੇ ਫਿਰ ਉਹ ਸਵੇਰੇ ਉੱਠਿਆ, ਆਪ ਨਹਾਤਾ ਧੋਤਾ, ਬਸਤਰ ਪਹਿਨੇ ਤੇ ਇਸ਼ਨਾਨ ਪਾਨ ਕਰਕੇ ਆਪਣੀ ਜੋ ਵੀ ਉਹ ਨਮਾਜ਼ ਵਗੈਰਾ ਪੜ੍ਹੀ ਉਹਨੇ ਤੇ ਉਸ ਤੋਂ ਬਾਅਦ ਉਹ ਆ ਗਿਆ। ਤਹਮਦ ਹਿਤ ਲੈ 2 ਗਜ ਚੀਰ। 2 ਗਜ ਧੋਤੀ ਵਾਸਤੇ ਕੱਪੜਾ ਕਿਹਾ ਸੀ, ਉਹ ਛੋਟਾ ਜਿਹਾ ਲੈ ਕੇ ਆਇਆ ਟੁਕੜਾ 2 ਗਜ ਦਾ। ਮਸ਼ਕ ਲੀਨ ਪਰਵਾਏ ਸੁਨੀ। ਨਵਾਂ ਕੱਪੜਾ ਧੋਤੀ ਵਾਸਤੇ, ਤਹਿਮਤ ਵਾਸਤੇ ਤੇ ਮਸ਼ਕ ਪਾਣੀ ਦੀ ਚੁਕਵਾਈ ਨਾਲ ਸਰਮਤ ਨਿਕਟ ਜਾਏ ਕਰ ਖਰਿਓ। ਤੇ ਜਾ ਕੇ ਸ਼ਰਮਤ ਦੇ ਕੋਲ ਖਲੋ ਗਿਆ, ਮੱਥਾ ਟੇਕ ਕੇ ਸਲਾਮ ਕਰਕੇ। ਤਹਮਦ ਜਲ ਕੋ ਅਰਪਨ ਕਰਿਓ। ਤੇ ਉਹਦੇ ਕੋਲ ਉਹਨੇ ਦੋਵੇਂ ਚੀਜ਼ਾਂ ਰੱਖੀਆਂ। ਹੁਣ ਸਾਧ ਸੰਗਤ ਜੀ, ਸਮਾਂ ਨਹੀਂ ਹੈ, ਅੱਗੇ ਕਥਾ ਦਾ ਵਿਸਥਾਰ ਕਰੀਏ। ਇਹ ਮਹਾਂਪੁਰਸ਼ ਬ੍ਰਹਮ ਗਿਆਨੀ ਕਿਸ ਤਰ੍ਹਾਂ ਹੁਣ ਸਮਝਾਏਗਾ ਵੀ ਸਬਰ ਕੀ ਹੁੰਦਾ ਹੈ, ਸ਼ੁਕਰ ਕੀ ਹੁੰਦਾ ਹੈ, ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ।